परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। प्यारी साध संगत जी, ਅੱਜ ਆਪਾਂ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਪੀਰ ਬੁੱਢਣ ਸ਼ਾਹ ਜੀ ਦੀ ਦਰਗਾਹ ਸੁਸ਼ੋਭਿਤ ਹੈ। ਆਓ ਇਸ ਦੇ ਇਤਿਹਾਸ ਬਾਰੇ ਜਾਣੀਏ ਤੇ ਸਿੱਖ ਪੰਥ ਨਾਲ ਇਸ ਦਾ ਕੀ ਸੰਬੰਧ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਨ ਕਿਸੇ ਧਰਮ ਜਾਂ ਕਿਸੇ ਫਿਰਕੇ ਦੇ ਵਿਰੋਧੀ ਨਹੀਂ ਸਨ। 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਹਰਗੋਬਿੰਦਪੁਰ ਵਿੱਚ ਮਸਜਿਦ ਦੀ ਤਾਮੀਰ ਕਰਵਾ ਕੇ ਇਸ ਦੀ ਮਿਸਾਲ ਕਾਇਮ ਕੀਤੀ, ਜੋ ਬਾਅਦ ਵਿੱਚ ਸਿੱਖ ਰਾਜਿਆਂ ਨੇ ਵੀ ਦੂਜੇ ਫਿਰਕੇ ਦੇ ਧਰਮ ਸਥਾਨ ਢਾਉਣ ਦੀ ਥਾਂ ਮਸਜਿਦਾਂ ਤੇ ਮੰਦਰ ਆਪ ਆਪਣੀ ਪ੍ਰਜਾ ਲਈ ਬਣਾਏ। ਇਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਮਿਲਦੀ ਨਹੀਂ। ਤੀਸਰੀ ਉਦਾਸੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 1517 ਈਸਵੀ ਨੂੰ ਭਾਈ ਬਾਲਾ ਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਸ਼ੁਰੂ ਕੀਤੀ। ਇਹ ਤੀਸਰੀ ਉਦਾਸੀ ਉੱਤਰਾਖੰਡ ਦੀ ਸੀ। ਗੁਰੂ ਜੀ ਕਲਾਨੌਰ, ਗੁਰਦਾਸਪੁਰ, ਕਹਿਲੂਰ ਵਿੱਚ ਉਪਦੇਸ਼ ਕਰਦੇ ਹੋਏ ਤੇ ਕਾਂਗੜੇ, ਜਵਾਲਾ ਜੀ, ਮੰਡੀ, ਕੁੱਲੂ ਵਿੱਚ ਉਪਦੇਸ਼ ਕਰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਆ ਗਏ। ਇੱਥੇ ਪਹਾੜੀ 'ਤੇ ਪੀਰ ਬੁੱਢਣ ਸ਼ਾਹ ਜੀ ਆਪ ਗੁਰੂ ਜੀ ਦੇ ਦਰਸ਼ਨਾਂ ਦਾ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਗੁਰੂ ਜੀ ਨਾਲ ਗਿਆਨ ਚਰਚਾ ਕਰਕੇ ਪੀਰ ਬੁੱਢਣ ਸ਼ਾਹ ਜੀ ਨੂੰ ਬਹੁਤ ਆਨੰਦ ਆਇਆ। ਜੋ ਦੁੱਧ ਪੀਰ ਬੁੱਢਣ ਸ਼ਾਹ ਜੀ ਆਪ ਬੱਕਰੀਆਂ ਦਾ ਪੀਂਦੇ ਹੁੰਦੇ ਸਨ, ਉਹ ਹੀ ਬਾਬਾ ਨਾਨਕ ਜੀ ਨੂੰ ਉਹਨਾਂ ਨੇ ਭੇਟ ਕੀਤਾ। ਪਰ ਗੁਰੂ ਜੀ ਨੇ ਬਚਨ ਕੀਤਾ ਕਿ ਇਹ ਦੁੱਧ ਸਾਡੀ ਅਮਾਨਤ ਹੈ, ਇਸ ਨੂੰ ਫੇਰ ਪੀਵਾਂਗੇ। 2 ਦਿਨ ਗਿਆਨ ਚਰਚਾ ਕਰਕੇ ਸ਼੍ਰੀ ਗੁਰੂ ਨਾਨਕ ਸਾਹਿਬ ਨਾਲਾਗੜ੍ਹ, ਪੰਜੌਰ, ਹਰੀਪੁਰ ਤੇ ਸ਼ਿਮਲੇ ਵੱਲ ਪ੍ਰਚਾਰ ਕਰਦੇ ਹੋਏ ਅੱਗੇ ਨਿਕਲ ਗਏ। ਗੁਰੂ ਜੀ ਦੇ ਜਾਣ ਪਿੱਛੋਂ ਪੀਰ ਬੁੱਢਣ ਸ਼ਾਹ ਜੀ ਨੇ ਦੁੱਧ ਧਰਤੀ ਵਿੱਚ ਦੱਬ ਕੇ ਕਿਹਾ, ਹੇ ਧਰਤੀ ਮਾਤਾ, ਇਹ ਅਮਾਨਤ ਨਾਨਕ ਨਿਰੰਕਾਰੀ ਦੀ ਹੈ, ਵਿਗੜੇ ਨਾ। ਸੋ ਸਾਧ ਸੰਗਤ ਜੀ, ਇਹ ਅਮਾਨਤ ਲਗਭਗ 121 ਸਾਲ ਪਿੱਛੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਪ੍ਰਾਪਤ ਕੀਤੀ। ਇਹ ਵਿਚਾਰ ਤਵਾਰੀ ਗੁਰੂ ਖਾਲਸਾ ਦੇ ਪਹਿਲੇ ਹਿੱਸੇ ਦੇ ਸਫਾ 165 ਤੇ ਲਿਖੀ ਹੋਈ ਹੈ। ਭਾਈ ਵੀਰ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕੀਰਤਪੁਰ ਸਾਹਿਬ ਦੀ ਯਾਤਰਾ ਨੂੰ ਗੁਰੂ ਨਾਨਕ ਚਮਤਕਾਰ ਵਿੱਚ ਸਫਾ 420 ਤੇ ਇਸ ਪ੍ਰਕਾਰ ਲਿਖਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਦਾ ਦ੍ਰਿਸ਼ ਅਤ ਸੁੰਦਰ ਸੀ। ਹਰਾ ਹਰਾ ਮਖਮਲ ਵਰਗਾ ਘਾਹ ਤੇ ਅਨੇਕ ਪ੍ਰਕਾਰ ਦੀਆਂ ਜੰਗਲ ਦੀਆਂ ਜੜੀ ਬੂਟੀਆਂ ਨਾਲ ਅਨੋਖਾ ਦ੍ਰਿਸ਼ ਦੇਖਣ ਵਾਲਾ ਸੀ। ਜਿੱਥੇ ਬਾਬਾ ਬੁੱਢਣ ਸ਼ਾਹ ਜੀ ਰਿਹਾ ਕਰਦੇ ਸਨ ਤੇ ਉਹਨਾਂ ਦੀਆਂ ਬੱਕਰੀਆਂ ਚਰਿਆ ਕਰਦੀਆਂ ਸਨ। ਇਸ ਪਹਾੜੀ 'ਤੇ ਇੱਕ ਮੁਟਿਆਰ ਪਹਾੜਨ ਬੱਕਰੀਆਂ ਚਾਰਨ ਵਾਸਤੇ ਆਇਆ ਕਰਦੀ ਸੀ ਤੇ ਬਾਬਾ ਜੀ ਨੂੰ ਕਦੇ ਨੇੜਿਓਂ ਤੇ ਕਦੇ ਦੂਰੋਂ ਮੱਥਾ ਟੇਕ ਕੇ ਚਲੇ ਜਾਇਆ ਕਰਦੀ ਸੀ। ਇੱਕ ਦਿਨ ਸਵੇਰੇ ਉਹ ਕੁੜੀ ਉੱਥੇ ਆਈ ਤੇ ਇਸ ਤਰ੍ਹਾਂ ਗਾਉਣ ਲੱਗ ਪਈ, ਨਹੀਂ ਬੇਭਰੋਸੇ ਇਸ ਜੀਣੇ ਦਾ, ਦਮ ਆਵੇ ਨਾ ਆਵੇ। ਇਹ ਬੋਲ ਪੀਰ ਬੁੱਢਣ ਸ਼ਾਹ ਜੀ ਦੇ ਕੰਨੀ ਪਏ ਤੇ ਮਨ ਵਿੱਚ ਇਸ ਕੁੜੀ ਦੇ ਗੀਤ 'ਤੇ ਵਿਚਾਰ ਕਰਨ ਲੱਗੇ। ਇੰਨੇ ਨੂੰ ਉਹ ਮੁਟਿਆਰ ਸਾਈਂ ਜੀ ਦੇ ਨੇੜੇ ਆ ਗਈ ਤੇ ਇੱਕ ਪੱਥਰ 'ਤੇ ਬਹਿ ਕੇ ਸ਼ਬਦ ਗਾਉਣ ਲੱਗ ਪਈ, ਜਿਤ ਦਰ ਵਸੇ ਕਵਨ ਦਰ ਕਹੀਐ, ਦਮ ਭੀਤਰ ਦਰ ਕਵਨ ਲਾਹੈ। ਇਸ ਸ਼ਬਦ ਦੀ ਆਵਾਜ਼ ਨੇ ਪੀਰ ਬੁੱਢਣ ਸ਼ਾਹ ਜੀ ਦੀ ਆਤਮਾ ਨੂੰ ਬਹੁਤ ਪ੍ਰਸੰਨਤਾ ਦਿੱਤੀ। ਬਾਬਾ ਬੁੱਢਣ ਸ਼ਾਹ ਜੀ ਉਸ ਮੁਟਿਆਰ ਨੂੰ ਪੁੱਛਣ ਲੱਗੇ, ਬੱਚਾ, ਤੂੰ ਇਹ ਸ਼ਬਦ ਕਿਸ ਦਾ ਗਾ ਰਹੀ ਹੈ? ਮੁਟਿਆਰ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਉਸ ਮੁਟਿਆਰ ਨੇ ਉਹ ਸਾਰੀ ਕਥਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਵਿੱਚ ਪੱਛਮ ਵੱਲ ਨੂੰ ਸੂਰਜ ਨੂੰ ਪਾਣੀ ਦੇਣ ਦੀ ਸੀ, ਉਹ ਬਾਬਾ ਜੀ ਨੂੰ ਸੁਣਾ ਦਿੱਤੀ, ਕਿਉਂਕਿ ਉਹ ਵੀ ਆਪਣੇ ਪਿਤਾ ਪਿੰਜੂ ਨਾਲ ਹਰਿਦੁਆਰ ਗਈ ਹੋਈ ਸੀ। ਉਸ ਦਿਨ ਤੋਂ ਹੀ ਬਾਬਾ ਬੁੱਢਣ ਸ਼ਾਹ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਮਨ ਲਗਾ ਕੇ ਬੈਠ ਗਏ। ਇੱਕ ਦਿਨ ਬਾਬਾ ਬੁੱਢਣ ਸ਼ਾਹ ਜੀ ਦੀ ਮੁਰਾਦ ਪੂਰਨ ਹੋਈ ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਹੋਏ। ਦਰਸ਼ਨਾਂ ਦੀ ਪ੍ਰਾਪਤੀ ਤੇ ਬਾਬਾ ਬੁੱਢਣ ਸ਼ਾਹ ਜੀ ਅਜਿਹੇ ਸਮਾਧੀ ਸਥਿਤ ਹੋਏ ਕਿ 2 ਪਹਿਰ ਮਗਨ ਰਹੇ। ਅਖੀਰ ਗੁਰੂ ਜੀ ਬੁੱਢਣ ਸ਼ਾਹ ਜੀ ਨੂੰ ਕਹਿਣ ਲੱਗੇ, ਫਕੀਰ ਜੀ,
ਟਿਕ ਕੇ ਇਸ ਜਗ੍ਹਾ 'ਤੇ ਸਿਮਰਨ ਕਰੋ, ਦਰਸ਼ਨ ਹੋਣਗੇ, ਪਰ ਆਪਣੇ ਜਾਮੇ ਵਿੱਚ ਆਵਾਂਗੇ। ਹੇ ਬੁੱਢਣ ਸ਼ਾਹ, ਨਾ ਸੋਚ ਕਿ ਤੂੰ ਬੁੱਢਾ ਹੈ ਤੇ ਇੰਨਾ ਚਿਰ ਤੱਕ ਜੀਵੇਂਗਾ। ਤੂੰ ਜੀਵੇਂਗਾ, ਤੂੰ ਥੀਵੇਂਗਾ ਤੇ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ। ਇਸ ਲਈ ਤੇਰੀ ਉਮਰ ਬੜੀ ਲੰਬੀ ਹੋਏਗੀ। ਪੀਰ ਬੁੱਢਣ ਸ਼ਾਹ ਜੀ ਨੇ ਕਿਹਾ, ਹੇ ਕਰੁਣਾ ਮੈਂ ਚੋਜੀ ਤੇ ਕੌਤਕਹਾਰ ਜੀ, ਜਦੋਂ ਤੇਰੇ ਕੌਤਕ, ਤੇਰੇ ਰੰਗ ਹੋਰ ਹੋਣਗੇ, ਕਿ ਉਸ ਰੂਪ ਵਿੱਚ ਬੁੱਢਣ ਸ਼ਾਹ ਤੈਨੂੰ ਪਛਾਣ ਲਏਗਾ? ਸਤਿਗੁਰੂ ਜੀ ਨੇ ਕਿਹਾ, ਹਾਂ ਸੱਜਣਾ, ਪਛਾਣ ਲਏਗਾ। ਪਹਿਲੋਂ ਸਾਡਾ ਇੱਕ ਪਿਆਰਾ ਸਾਹਿਬਜ਼ਾਦਾ ਆ ਕੇ ਸ਼ਹਿਰ ਵਸਾਏਗਾ, ਫਿਰ ਅਸੀਂ ਆਵਾਂਗੇ ਤੇ ਤੈਥੋਂ ਮੰਗ ਕੇ ਦੁੱਧ ਪੀਵਾਂਗੇ। ਪਰ ਅੱਜ ਅਸਾਂ ਹੇਠਾਂ ਡੋਗਰੇ ਵਿੱਚ ਪਿੰਜੂ ਦੇ ਘਰ ਰੋਟੀ ਖਾਣੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਸਤਲੁਜ ਦਰਿਆ ਵੱਲ ਹੇਠਾਂ ਉਤਰ ਆਏ। ਪਿੰਜੂ ਦਾ ਘਰ ਇਸ ਸਥਾਨ ਤੋਂ ਉੱਪਰ ਪੂਰਬ ਵੱਲ ਦੱਸਿਆ ਜਾਂਦਾ ਹੈ। ਉਸ ਵੇਲੇ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਕੇਵਲ 2 ਘਰ ਹੀ ਦੱਸੇ ਜਾਂਦੇ ਹਨ, ਇੱਕ ਪਿੰਜੂ ਦਾ ਤੇ ਦੂਸਰਾ ਉਸਦੇ ਭਰਾ ਦਾ। ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੋਜਨ ਛਕਾਇਆ। ਗੁਰੂ ਨਾਨਕ ਸਾਹਿਬ ਨੇ ਫਰਮਾਨ ਕੀਤਾ ਕਿ ਸਾਈਂ ਬੁੱਢਣ ਸਾਡਾ ਆਪਣਾ ਹੈ ਤੇ ਉਹਨਾਂ ਨੂੰ ਤੁਸੀਂ ਆਪਣਾ ਸਮਝਣਾ। ਅਗਲੇ ਦਿਨ ਪੰਡਤ ਪਿੰਜੂ ਤੇ ਉਸ ਦਾ ਭਰਾ ਬੁੱਢਣ ਸ਼ਾਹ ਜੀ ਦੇ ਪਾਸ ਗਏ ਤੇ ਉਹਨਾਂ ਨਾਲ ਗੁਰ ਭਾਈ ਹੋਣ ਕਰਕੇ ਬਹੁਤ ਪਿਆਰ ਕਰਨ ਲੱਗੇ। ਫਿਰ ਸ਼੍ਰੀ ਕੀਰਤਪੁਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਫਿਰਦੇ ਫਿਰਾਂਦੇ ਭਾਈ ਲਾਲੋ ਦੇ ਨਗਰ ਸੈਦਪੁਰ ਚਲੇ ਗਏ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਸਫਾ 499 ਅਨੁਸਾਰ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਆਦਿ ਸੂਰਮਿਆਂ ਨੂੰ ਯੁੱਧ ਦੇ ਮੈਦਾਨ ਵਿੱਚ ਸਦਾ ਦੀ ਨੀਂਦ ਸੁਲਾ ਚੁੱਕੇ ਸਨ, ਤਦ ਗੁਰੂ ਜੀ ਇੱਕਦਮ ਸ਼੍ਰੀ ਕੀਰਤਪੁਰ ਸਾਹਿਬ ਨੂੰ ਚੱਲਣ ਲਈ ਤਿਆਰ ਹੋ ਗਏ ਤੇ ਭਾਈ ਬਿਧੀ ਚੰਦ ਨੂੰ ਕਹਿਣ ਲੱਗੇ, ਸਾਈਂ ਬੁੱਢਣ ਸ਼ਾਹ ਜੀ ਸਾਨੂੰ ਬਹੁਤ ਯਾਦ ਕਰ ਰਹੇ ਹਨ, ਇਸ ਲਈ ਕੀਰਤਪੁਰ ਸਾਹਿਬ ਚੱਲਣ ਦੀ ਤਿਆਰੀ ਕਰੋ। ਸ਼੍ਰੀ ਕੀਰਤਪੁਰ ਸਾਹਿਬ ਪਹੁੰਚਣ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਸਿੱਧੇ ਬਾਬਾ ਬੁੱਢਣ ਸ਼ਾਹ ਜੀ ਦੇ ਪਾਸ ਹੀ ਗਏ। ਸਮਾਧੀ ਸਥਿਤ ਬੁੱਢਣ ਸ਼ਾਹ ਜੀ ਹੋਸ਼ ਵਿੱਚ ਆਏ। ਗੁਰੂ ਜੀ ਦੇ ਬਚਨ ਸੁਣ ਕੇ ਉਹਨਾਂ ਦੇ ਮਨ ਨੂੰ ਚੈਨ ਆ ਗਈ ਤੇ ਖੁਸ਼ੀ ਵਿੱਚ ਪੀਰ ਬੁੱਢਣ ਸ਼ਾਹ ਜੀ ਨੇ ਗੁਰੂ ਜੀ ਦੀ ਰਜਵੀਂ ਪ੍ਰਸ਼ੰਸਾ ਕੀਤੀ ਤੇ ਇੱਛਾ ਪ੍ਰਗਟ ਕੀਤੀ, ਮੇਰੇ ਪ੍ਰਾਣ ਗੁਰੂ ਧਾਮ ਵਿੱਚ ਹੀ ਨਿਕਲਣ। ਇੰਨੇ ਨੂੰ ਬਾਬਾ ਗੁਰਦਿੱਤਾ ਜੀ ਵੀ ਉੱਥੇ ਆ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਾਬਾ ਗੁਰਦਿੱਤਾ ਜੀ ਤਾਂ ਬਾਬਾ ਬੁੱਢਾ ਜੀ ਦੇ ਸਥਾਨ ਤੋਂ ਹੇਠਾਂ ਮਹਿਲਾਂ ਵਿੱਚ ਆ ਗਏ, ਪਰ ਭਾਈ ਬਿਧੀ ਚੰਦ ਜੀ ਬਾਬਾ ਬੁੱਢਣ ਸ਼ਾਹ ਜੀ ਦੇ ਪਾਸ ਹੀ ਠਹਿਰੇ। ਭਾਈ ਬਿਧੀ ਚੰਦ ਜੀ ਨੇ ਪੀਰ ਬੁੱਢਣ ਸ਼ਾਹ ਜੀ ਨਾਲ ਗਿਆਨ ਚਰਚਾ ਸ਼ੁਰੂ ਕਰ ਦਿੱਤੀ ਤੇ ਸਾਈਂ ਬੁੱਢਣ ਸ਼ਾਹ ਜੀ ਨੂੰ ਕਹਿਣ ਲੱਗੇ, ਤੁਸੀਂ ਧੰਨ ਹੋ, ਕਿਉਂਕਿ ਇੱਕ ਤਾਂ ਆਪ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ, ਦੂਸਰਾ ਆਪ ਜੀ ਦੀ ਉਮਰ 800 ਸਾਲ ਤੋਂ ਉੱਪਰ ਹੋ ਚੁੱਕੀ ਹੈ। ਆਪ 3 ਕਾਲਾਂ ਦੇ ਜਾਣਨ ਵਾਲੇ ਹੋ। ਜਦੋਂ ਪੀਰ ਬੁੱਢਣ ਸ਼ਾਹ ਜੀ ਨੇ ਆਪਣੀਆਂ ਬੱਕਰੀਆਂ ਦਾ ਦੁੱਧ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤਾ ਤੇ ਗੁਰੂ ਨਾਨਕ ਦੇਵ ਜੀ ਨੇ ਇਹ ਦੁੱਧ 6ਵੇਂ ਜਾਮੇ ਵਿੱਚ ਪੀਣ ਦੀ ਇੱਛਾ ਪ੍ਰਗਟ ਕੀਤੀ, ਤਾਂ ਉਹ ਦੁੱਧ ਸਾਈਂ ਬੁੱਢਣ ਸ਼ਾਹ ਜੀ ਨੇ ਲਗਭਗ 121 ਸਾਲ ਸੰਭਾਲ ਕੇ ਆਪਣੇ ਕੋਲ ਰੱਖਿਆ। ਤਵਾਰੀਖ ਗੁਰੂ ਖਾਲਸਾ ਹਿੱਸਾ ਪਹਿਲਾ ਦੇ ਲਿਖਾਰੀ ਗਿਆਨੀ ਗਿਆਨ ਸਿੰਘ ਜੀ ਸਫਾ 541 ਤੇ ਲਿਖਦੇ ਹਨ ਕਿ ਇੱਕ ਦਿਨ ਸ਼੍ਰੀ ਗੁਰੂ ਹਰਗੋਬਿੰਦ ਜੀ ਤੇ ਬਾਬਾ ਬੁੱਢਾ ਜੀ ਸੈਰ ਨੂੰ ਨਿਕਲੇ ਤੇ ਸੈਰ ਕਰਦੇ ਕਰਦੇ ਸਾਈਂ ਬੁੱਢਣ ਸ਼ਾਹ ਜੀ ਦੇ ਪਾਸ ਆ ਗਏ ਤੇ ਆਪਣਾ ਅਮਾਨਤ ਪਿਆ ਦੁੱਧ ਮੰਗਿਆ। ਪੀਰ ਬੁੱਢਣ ਸ਼ਾਹ ਜੀ ਬੋਲੇ, ਭਾਵੇਂ ਜੋਤ ਤੇ ਗੱਦੀ ਉਹੀ ਹੈ, ਪਰ ਮੂਰਤ ਨਹੀਂ ਹੈ। ਉਹ ਮੂਰਤ ਹੋਣ ਤੇ ਦੁੱਧ ਭੇਟ ਕਰਾਂਗਾ। ਗੁਰੂ ਹਰਗੋਬਿੰਦ ਜੀ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਇਸ਼ਨਾਨ ਕੀਤਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਿਆ ਤੇ ਅਮਾਨਤ ਪਿਆ ਹੋਇਆ ਦੁੱਧ ਉਹਨਾਂ ਨੇ ਛਕਿਆ। ਸਾਈਂ ਬੁੱਢਣ ਸ਼ਾਹ ਜੀ ਨੇ ਬਾਬਾ ਗੁਰਦਿੱਤਾ ਜੀ ਤੋਂ ਕੁਝ ਪ੍ਰਸ਼ਨ ਸੂਖਮ, ਸਥੂਲ ਤੇ ਆਤਮਾ ਬਾਰੇ ਪੁੱਛੇ। ਬਾਬਾ ਗੁਰਦਿੱਤਾ ਜੀ ਨੇ ਬੜੀ ਚੰਗੀ ਤਰ੍ਹਾਂ ਉਹਨਾਂ ਦਾ ਉੱਤਰ ਦਿੱਤਾ। ਇਸੇ ਮੌਕੇ ਹੀ ਪ੍ਰਸੰਨ ਚਿੱਤ ਸਾਈਂ ਬੁੱਢਣ ਸ਼ਾਹ ਜੀ ਦੇਹੀ ਤਿਆਗ ਗਏ। ਸਾਧ ਸੰਗਤ ਜੀ, ਪੁਰਾਤਨ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਆ ਕੇ ਸ਼੍ਰੀ ਕੀਰਤਪੁਰ ਸਾਹਿਬ ਵਸਾ ਦਿੱਤਾ ਤੇ ਇੱਥੇ ਰਹਿਣ ਲੱਗ ਪਏ, ਤਾਂ ਆਪ ਜੀ ਦਾ ਸਾਈਂ ਬੁੱਢਣ ਸ਼ਾਹ ਜੀ ਦੇ ਨਾਲ ਬਹੁਤ ਪ੍ਰੇਮ ਹੋ ਗਿਆ ਤੇ ਆਪਸ ਵਿੱਚ ਗੂੜ੍ਹੀ ਮਿੱਤਰਤਾ ਵੀ ਕਾਇਮ ਕਰ ਬੈਠੇ। ਦੂਸਰਾ, ਬਾਬਾ ਗੁਰਦਿੱਤਾ ਜੀ ਦੀ ਸ਼ਕਲ ਵੀ
ਬਹੁਤਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦੀ ਸੀ। ਇਸ ਪ੍ਰਕਾਰ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਮਾਨਤ ਪਿਆ ਹੋਇਆ ਦੁੱਧ ਸਾਈਂ ਬੁੱਢਣ ਸ਼ਾਹ ਜੀ ਤੋਂ ਛਕ ਲਿਆ। ਗੁਰਬਿਲਾਸ 6ਵੀਂ ਪਾਤਸ਼ਾਹੀ ਦੇ ਲਿਖਾਰੀ ਸਫਾ 499 ਤੇ ਲਿਖਦੇ ਹਨ ਕਿ ਭਾਈ ਬਿਧੀ ਚੰਦ ਜੀ ਤਾਂ ਸਾਈਂ ਬੁੱਢਣ ਸ਼ਾਹ ਜੀ ਦੇ ਪਾਸ ਹੀ ਰਾਤ ਰਹੇ, ਪਰ ਗੁਰੂ ਜੀ ਵਾਪਸ ਮਹਿਲੀ ਆ ਗਏ। ਦੂਜੇ ਦਿਨ ਸ੍ਰੀ ਗੁਰੂ ਹਰਗੋਬਿੰਦ ਜੀ ਫਿਰ ਸਾਈਂ ਜੀ ਦੇ ਪਾਸ ਪਹੁੰਚ ਗਏ। ਬਾਬਾ ਬੁੱਢਣ ਸ਼ਾਹ ਜੀ ਗੁਰੂ ਜੀ ਨੂੰ ਕਹਿਣ ਲੱਗੇ, ਤੁਸੀਂ ਬਚਨ ਪੂਰਾ ਕੀਤਾ ਹੈ। ਗੁਰੂ ਜੀ ਨੇ ਉੱਤਰ ਦਿੱਤਾ, ਸਾਈਂ ਜੀ ਉਸ ਤਰ੍ਹਾਂ ਹੀ ਹੋਏਗਾ ਜਿਵੇਂ ਤੁਹਾਡੀ ਇੱਛਾ ਹੈ। ਸਾਈਂ ਬੁੱਢਣ ਸ਼ਾਹ ਜੀ ਨੇ ਉੱਤਰ ਦਿੱਤਾ, ਹੇ ਪ੍ਰਭੂ, ਹੁਣ ਮੈਨੂੰ ਸੁਨਹਿਰੀ ਸਮਾਂ ਪ੍ਰਾਪਤ ਹੋ ਗਿਆ ਹੈ, ਮੇਰੇ ਮਨ ਅੰਦਰ ਵਾਸਾ ਕਰੋ। ਇਹ ਕਹਿੰਦੇ ਹੋਏ ਸਾਈਂ ਬੁੱਢਣ ਸ਼ਾਹ ਜੀ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਏ ਤੇ ਆਪਣੇ ਪ੍ਰਾਣ ਤਿਆਗ ਦਿੱਤੇ। ਉਸ ਵੇਲੇ ਪਹਿਰ ਰਾਤ ਰਹਿੰਦੀ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਸਾ ਦੀ ਵਾਰ ਦਾ ਹੁਕਮ ਦਿੱਤਾ। ਇਸ ਦਾ ਭੋਗ ਪੈਣ ਪਿੱਛੋਂ ਸਾਈਂ ਜੀ ਦੀ ਦੇਹ ਸਮੇਟੀ ਗਈ ਤੇ ਸਮਾਧੀ ਬਣਾਈ ਗਈ। ਪੀਰ ਬੁੱਢਣ ਸ਼ਾਹ ਜੀ ਦੇ ਚਲਿਤਾਂ ਨੂੰ ਇੱਕ ਪਵਿੱਤਰ ਪੰਥ ਸਮਝਿਆ ਗਿਆ। ਰਵਾਇਤੀ ਕਥਾ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਈਂ ਬੁੱਢਣ ਸ਼ਾਹ ਜੀ ਦੀ ਸਮਾਧੀ 'ਤੇ ਰੁਮਾਲਾ ਪਾਇਆ। ਇਸ ਰੀਤ ਅਨੁਸਾਰ ਇਹ ਰੁਮਾਲੇ ਹੁਣ ਤੱਕ ਚੜ੍ਹਾਏ ਜਾਂਦੇ ਹਨ। ਸਾਈਂ ਬੁੱਢਣ ਸ਼ਾਹ ਜੀ ਨੇ ਵੀ ਸ਼੍ਰੀ ਕੀਰਤਪੁਰ ਸਾਹਿਬ ਦੀ ਇਸ ਪਾਵਨ ਧਰਤੀ 'ਤੇ ਆਪਣੇ ਪ੍ਰਾਣ ਤਿਆਗ ਕੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ। ਗੁਰਬਿਲਾਸ 6ਵੀਂ ਪਾਤਸ਼ਾਹੀ ਦੇ ਲਿਖਾਰੀ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਇੰਦਰਪੁਰੀ ਤੋਂ ਵੀ ਵੱਡੀ ਦੱਸਿਆ ਹੈ, ਜਿਸ ਦੀ ਪ੍ਰਸ਼ੰਸਾ ਬ੍ਰਹਮਾ, ਵਿਸ਼ਨੂੰ, ਮਹੇਸ਼ ਕਰਦੇ ਹੋਏ ਸ਼ਰਮਾਉਂਦੇ ਹਨ। ਜੋ ਸਿੱਖ ਗੁਰੂ ਦੀ ਧਰਤੀ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸਿਮਰਨ ਕਰਦਾ ਹੈ, ਉਸ ਨੂੰ ਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਣਗੇ। ਇਹ 6ਵੇਂ ਪਾਤਸ਼ਾਹ ਦੇ ਬਚਨ ਹਨ। ਸੋ ਸਾਧ ਸੰਗਤ ਜੀ, ਸਾਈਂ ਬੁੱਢਣ ਸ਼ਾਹ ਜੀ ਇੱਕ ਅਰਬੀ ਸੂਫੀ ਫਕੀਰ ਸਨ, ਜੋ ਅਨੇਕਾਂ ਥਾਵਾਂ 'ਤੇ ਫਿਰਦੇ ਫਿਰਾਂਦੇ ਸ਼੍ਰੀ ਕੀਰਤਪੁਰ ਸਾਹਿਬ ਦੀ ਸੁੰਦਰ ਤੇ ਪਵਿੱਤਰ ਧਰਤੀ 'ਤੇ ਟਿਕ ਗਏ ਸਨ। ਇੱਥੇ ਹੀ ਰਹਿ ਕੇ ਪੀਰ ਜੀ ਨੇ ਆਪਣੀ ਪ੍ਰਭੂ ਭਗਤੀ ਸ਼ੁਰੂ ਕਰ ਦਿੱਤੀ ਸੀ। ਇਲਾਹੀ ਸ਼ਕਤੀ ਕਾਰਨ ਆਪ ਜੀ ਦੀ ਮਾਨਤਾ ਬਣੀ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਪੀਰ ਜੀ ਨੇ ਆਪਣੀਆਂ ਬੱਕਰੀਆਂ, ਜਿਨ੍ਹਾਂ ਨੂੰ ਸ਼ੇਰ ਤੇ ਕੁੱਤਾ ਚਾਰ ਕੇ ਲਿਆਇਆ ਕਰਦੇ ਸਨ, ਉਹਨਾਂ ਦਾ ਦੁੱਧ ਪੇਸ਼ ਕੀਤਾ, ਜੋ ਗੁਰੂ ਨਾਨਕ ਪਾਤਸ਼ਾਹ ਨੇ ਅਮਾਨਤ ਆਪ ਜੀ ਦੇ ਪਾਸ ਰਖਵਾਇਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਪੀਤਾ। ਅਖੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਾਈਂ ਬੁੱਢਣ ਸ਼ਾਹ ਜੀ ਨੇ ਆਪਣੀ ਦੇਹ ਤਿਆਗੀ। ਗੁਰੂ ਜੀ ਨੇ ਇਸ ਸਥਾਨ 'ਤੇ ਬੜੇ ਪਿਆਰ ਤੇ ਸਤਿਕਾਰ ਨਾਲ ਸਾਈਂ ਜੀ ਦੀ ਸਮਾਧੀ ਬਣਵਾਈ ਤੇ ਕਿਹਾ ਕਿ ਇਹ ਘਰ ਤੇ ਸਾਡਾ ਘਰ ਸਾਂਝਾ ਹੈ। ਇਸ ਲਈ ਅੱਜ ਵੀ ਪਹਿਲਾਂ ਕੜਾਹ ਪ੍ਰਸ਼ਾਦ ਦਾ ਭੋਗ ਬਾਬਾ ਗੁਰਦਿੱਤਾ ਜੀ ਦੇ ਲਗਵਾ ਕੇ ਫਿਰ ਸਾਈਂ ਜੀ ਦੀ ਸਮਾਧੀ 'ਤੇ ਆ ਕੇ ਇੱਥੇ ਭੋਗ ਲਗਵਾ ਕੇ ਸੰਗਤ ਇਸ ਪ੍ਰਸ਼ਾਦ ਨੂੰ ਆਪਣੇ ਮੂੰਹ ਲਾਉਂਦੀ ਹੈ। ਇੱਥੇ ਵੀ ਬਾਬਾ ਗੁਰਦਿੱਤਾ ਜੀ ਦੇ ਦਿਓਹਰੇ ਦੀ ਤਰ੍ਹਾਂ ਹਰ ਸੰਗਰਾਂਦ ਨੂੰ ਤੇ ਹੋਲੇ ਮਹੱਲੇ ਨੂੰ ਵੱਡੇ ਮੇਲੇ ਲੱਗਦੇ ਹਨ। ਸਾਰੇ ਪੰਜਾਬ ਤੇ ਕੁੱਲੂ ਮਨਾਲੀ ਤੱਕ ਦੀ ਸੰਗਤ ਇੱਥੇ ਪਹੁੰਚਦੀ ਹੈ। ਹਰ ਵੀਰਵਾਰ ਨੂੰ ਸ਼ਰਧਾਲੂ ਆਪਣੀ ਸੁਖਣਾ ਅਨੁਸਾਰ ਤੇਲ, ਨਮਕ, ਝਾੜੂ ਆਦਿ ਵਸਤਾਂ ਚੜਾਉਂਦੇ ਹਨ। ਹਜ਼ਾਰਾਂ ਲੋਕਾਂ ਇੱਥੇ ਸੁਖਣਾ ਸੁਖਦੇ ਹਨ ਤੇ ਉਹਨਾਂ ਦੀਆਂ ਸੁਖਣਾ ਪੂਰਨ ਹੁੰਦੀਆਂ ਹਨ। ਸੋ ਆਓ ਸਾਧ ਸੰਗਤ ਜੀ, ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੀਏ ਤੇ ਪੀਰ ਬੁੱਢਣ ਸ਼ਾਹ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। बनेगा, करोड़पति बनेगा एक दिन। तेल चाहते ले लो मेरा वीर, आ जाओ। तेल